ਸੂਬੇਦਾਰ ਸ਼ਿਵ ਸਿੰਘ ਦੀ ਪੁਸਤਕ ਸਾਡਾ ਸੱਭਿਆਚਾਰਕ ਵਿਰਸਾ ਨਹੀਂ ਲੱਭਣੇ ਰੰਗ ਵਾਚੇ 8ਵਾਂ ਅਧਿਆਇ ਭਾਗ 3 ਰਲਿਆ ਮਿਲਿਆ ਸੱਭਿਆਚਾਰ ਤੇ ਹੁਣ ਕਿਤਾਬ ਦਾ ਅਗਲਾ ਹਿੱਸਾ। ਹੁਣ ਤਾਂ ਚਿੱਠੀਆਂ ਲਿਖਣੀਆਂ ਵੀ ਭੁੱਲ ਗਈਆਂ ਹਨ। ਪੁਰਾਤਨ ਸਮੇਂ ਵਿੱਚ ਆਪਣੇ ਪਿਆਰੇ ਨੂੰ ਪਿਆਰ ਵਿੱਚ ਹੀ ਕਾਗਜ਼ ਦੇ ਟੁਕੜੇ 'ਤੇ ਕੁਝ ਅੱਖਰ ਯਾਨੀ ਚਿੱਠੀ ਲਿਖ ਕੇ ਡਾਕ ਮਨੁੱਖੀ ਅਤੇ ਕਬੂਤਰਾਂ ਰਾਹੀਂ ਭੇਜੀ ਜਾਂਦੀ ਸੀ, ਜਿਸ ਨੂੰ ਚਿੱਠੀ ਜਾਂ ਰੁੱਕਾ ਕਿਹਾ ਜਾਂਦਾ ਸੀ। ਚਿੱਠੀਆਂ ਲਿਖਣ ਦਾ ਰਿਵਾਜ਼ ਲਗਭਗ 1995 ਤੋਂ 1999 ਈਸਵੀ ਦੇ ਵੇਲੇ ਤੋਂ ਮੱਧਮ ਹੁੰਦਾ ਹੋਇਆ 2005-10 ਈਸਵੀ ਤੱਕ ਲਗਭਗ ਖਤਮ ਹੀ ਹੋ ਗਿਆ ਹੈ, ਜਿਸ ਦਾ ਮੁੱਖ ਕਾਰਨ ਆਵਾਜਾਈ ਤੇ ਸੰਚਾਰ ਦੇ ਸਾਧਨਾਂ ਵਿੱਚ ਆਈ ਤਰੱਕੀ ਹੈ। ਇਸੇ ਸਮੇਂ ਵੇਲੇ ਪਹਿਲੋਂ ਘਰ ਘਰ ਵਿੱਚ ਲੈਂਡਲਾਈਨ ਟੈਲੀਫੋਨ ਲੱਗ ਗਏ ਅਤੇ ਉਹਨਾਂ ਦਾ ਪੱਠਾ ਉਹਨਾਂ ਦੀ ਅਗਲੀ ਕਾਢ ਮੋਬਾਈਲ ਫੋਨਾਂ ਨੇ ਬਿਠਾ ਦਿੱਤਾ ਹੈ। ਹੁਣ ਹਰ ਹੱਥ ਵਿੱਚ ਇੱਕ ਜਾਂ ਦੋ ਮੋਬਾਈਲ ਜਾਂ ਸਿਮ ਕਾਰਡ ਆ ਚੁੱਕੇ ਨੇ, ਜਿਨ੍ਹਾਂ ਨੇ ਦੁਨੀਆ ਦੇ ਹਰ ਕੋਨੇ ਤੱਕ ਸੰਪਰਕ ਬਣਾ ਕੇ ਦੁਨੀਆ ਨੂੰ ਬਹੁਤ ਵੱਡੀ ਤੋਂ ਬਹੁਤ ਛੋਟੀ ਬਣਾ ਕੇ ਰੱਖ ਦਿੱਤਾ ਹੈ। ਚਿੱਠੀ ਜਿਹੜੀ ਮਹੀਨਿਆਂ ਵਿੱਚ ਆਪਣਾ ਜਵਾਬ ਲਿਆ ਕੇ ਦਿੰਦੀ ਹੁੰਦੀ ਸੀ, ਉਹ ਜਵਾਬ ਹੁਣ ਉਸ ਵੇਲੇ ਹੀ ਪਤਾ ਲੱਗ ਜਾਂਦਾ। ਚਿੱਠੀ ਦਾ ਇਤਿਹਾਸ ਬਹੁਤ ਪੁਰਾਣਾ ਹੈ। ਪੁਰਾਣੇ ਸਮੇਂ ਵੇਲੇ ਦੂਰ ਦਰਾਡੇ ਬੈਠੇ ਰਿਸ਼ਤੇਦਾਰਾਂ ਪ੍ਰਦੇਸ਼ਾਂ ਵਿੱਚ ਗਏ ਕਮਾਈ ਕਰਨ ਖਾਤਰ ਪਰਿਵਾਰਕ ਨੌਜਵਾਨਾਂ ਆਪਣੇ ਜਾਣਕਾਰਾਂ ਨੌਕਰੀ ਕਰਦੇ ਤੇ ਫੌਜੀ ਜਵਾਨਾਂ ਨੂੰ ਤਾਂ ਘਰੇਲੂ ਰਾਜੀ ਖੁਸ਼ੀ ਪੁੱਛਣ ਤੇ ਆਪਣੀ ਦੱਸਣ ਦਾ ਮੁੱਖ ਸਾਧਨ ਸਿਰਫ ਚਿੱਠੀ ਹੀ ਹੁੰਦੀ ਸੀ। ਭਾਵੇਂ ਚਿੱਠੀ ਪੱਤਰ ਰਾਹੀਂ ਸੁਨੇਹਾ ਭੇਜਣ ਤੇ ਮੰਗਵਾਉਣ ਵਿੱਚ ਕਾਫੀ ਸਮਾਂ ਜ਼ਰੂਰ ਲੱਗ ਜਾਂਦਾ ਸੀ, ਪਰ ਉਹਨਾਂ ਵੇਲਿਆਂ ਵਿੱਚ ਚਿੱਠੀ ਦੀ ਅਹਿਮੀਅਤ ਵੀ ਵੱਖਰੀ ਕਿਸਮ ਦੀ ਹੁੰਦੀ ਸੀ, ਜਿਸ ਦਾ ਕਾਰਨ ਆਪਣੇ ਪਿਆਰੇ ਦੇ ਹੱਥਾਂ ਵਿੱਚ ਚਿੱਠੀ ਨੂੰ ਲੱਗੇ ਹੋਣਾ ਹੁੰਦਾ ਸੀ ਤੇ ਉਹ ਇਸ ਕਰਕੇ ਦਸਤਾਵੇਜ਼ ਨਿਸ਼ਾਨੀ ਵਜੋਂ ਸੰਭਾਲੀ ਜਾਂਦੀ ਸੀ। ਉਸ ਦੀਆਂ ਖਾਸ ਲਿਖਤਾਂ ਨੂੰ ਸੰਭਾਲਣਾ ਜੋ ਫੋਨ 'ਤੇ ਕੀਤੀਆਂ ਗੱਲਾਂ ਨਾ ਸੰਭਾਲ ਹੋ ਸਕਦੀਆਂ। ਵੈਸੇ ਫੋਨ 'ਤੇ ਤਾਂ ਗੱਲਾਂ ਜ਼ਿਆਦਾ ਹੋ ਸਕਦੀਆਂ, ਪਰ ਉਹ ਦਸਤਾਵੇਜ਼ ਨਹੀਂ ਬਣ ਸਕਦੀਆਂ। ਟੈਲੀਫੋਨ ਨੇ ਚਿੱਠੀਆਂ ਲਿਖਣੀਆਂ, ਪਾਉਣੀਆਂ ਅਤੇ ਮੰਗਵਾਉਣੀਆਂ ਨੂੰ ਖਤਮ ਕਰ ਦਿੱਤਾ ਹੈ। ਇਸ ਕਰਕੇ ਮਸ਼ਹੂਰ ਗੀਤਕਾਰ ਮਾਨ ਮਰਾੜਾ ਵਾਲੇ ਨੇ ਆਪਣੇ ਇੱਕ ਗੀਤ ਵਿੱਚ ਲਿਖਿਆ ਕਿ ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਤੋਂ ਟੈਲੀਫੋਨ ਚੱਲਿਆ। ਇਹ ਸੱਚ ਵੀ ਹੈ। ਪੁਰਾਤਨ ਸਮੇਂ ਵਿੱਚ ਚਿੱਠੀ ਲਿਖਣ ਦੀ ਆਪਣੀ ਹੀ ਮਰਿਆਦਾ ਹੁੰਦੀ ਸੀ। ਲਿਖੀ ਹੋਈ ਚਿੱਠੀ ਵਿੱਚ ਪਿਆਰ ਤੇ ਅਦਬ ਦੇ ਸ਼ਬਦ ਝਲਕਾਂ ਮਾਰਦੇ ਹੁੰਦੇ ਸਨ। ਚਿੱਠੀ ਲਿਖਣਾ ਹਰ ਪੜ੍ਹੇ ਲਿਖੇ ਦੇ ਵੱਸ ਦਾ ਰੋਗ ਨਹੀਂ ਹੁੰਦਾ ਸੀ। ਭਾਵੇਂ ਉਸ ਵੇਲੇ ਬਹੁਤ ਘੱਟ ਲੋਕ ਪੜ੍ਹੇ ਲਿਖੇ ਹੁੰਦੇ ਸਨ, ਪਰ ਚਿੱਠੀ ਲਿਖਣ ਦਾ ਹੁਨਰ ਬਹੁਤ ਘੱਟ ਲੋਕਾਂ ਕੋਲ ਹੁੰਦਾ ਸੀ। ਊਟ ਪਟਾਂਗ ਤਾਂ ਸਾਰੇ ਹੀ ਲਿਖ ਲੈਂਦੇ ਸਨ। ਉਸ ਵੇਲੇ ਚਿੱਠੀ ਲਿਖਵਾਉਣ ਜਾਂ ਲਿਖਣ ਵਾਲੇ ਵੱਲੋਂ ਆਪਣੇ ਮਹਿਬੂਬ ਜਾਂ ਮਹਿਬੂਬਾ ਨੂੰ ਪਿਆਰ ਦੇ ਸ਼ੇਰ ਵੀ ਲਿਖ ਜਾਂ ਲਿਖਵਾ ਕੇ ਚਿੱਠੀ ਰਾਹੀਂ ਭੇਜੇ ਜਾਂਦੇ ਸਨ ਤੇ ਜਵਾਬੀ ਸ਼ੇਰ ਵੀ ਭੇਜੇ ਜਾਂਦੇ ਸਨ। ਚਿੱਠੀ ਬਾਹਰ ਤੋਂ ਚਿੱਠੀ ਦਾ ਸਰਨਾਮਾ। ਚਿੱਠੀ ਲਿਖਣੀ ਵੀ ਇੱਕ ਕਲਾ ਹੀ ਹੁੰਦੀ ਸੀ। ਜਿਹੜੀ ਚਿੱਠੀ ਮਰਿਆਦਾ ਵਾਂਗੂ ਲਿਖੀ ਗਈ ਹੋਵੇਗੀ ਉਹ ਚੰਗੀ ਲੱਗਦੀ ਹੁੰਦੀ ਸੀ। ਊਟ ਪਟਾਂਗ ਲਿਖਿਆ ਪੜ੍ਹਨ ਅਤੇ ਸੁਣਨ ਵਾਲੇ ਨੂੰ ਚੰਗਾ ਨਹੀਂ ਸੀ ਲੱਗਦਾ, ਕਿਉਂਕਿ ਚਿੱਠੀ ਲਿਖਣ ਦੀ ਵੀ ਇੱਕ ਮਰਿਆਦਾ ਹੁੰਦੀ ਹੈ। ਗੱਲ ਪਹਿਲਾਂ ਚਿੱਠੀ ਦੇ ਸਰਨਾਮੇ ਤੋਂ ਸ਼ੁਰੂ ਕਰਦੇ ਹਾਂ। ਸਰਨਾਮੇ ਵਿੱਚ ਉਸ ਮਨੁੱਖ ਜਾਂ ਔਰਤ ਦਾ ਨਾਂ ਲਿਖੋ ਜਿਸ ਨੂੰ ਪੜ੍ਹ ਕੇ ਡਾਕੀਆ ਠੀਕ ਘਰ ਪਹੁੰਚਾ ਸਕੇ, ਅਤੇ ਉਸ ਦੇ ਪਿਤਾ ਜਾਂ ਪਤੀ ਦਾ ਨਾਂ ਜੇ ਹੋ ਸਕੇ ਲਿਖੋ, ਕਿਉਂਕਿ ਇੱਕ ਪਿੰਡ ਵਿੱਚ ਉਸੇ ਨਾਂ ਵਾਲੇ ਦੋ ਵਿਅਕਤੀ ਵੀ ਹੋ ਸਕਦੇ ਨੇ। ਉਸ ਤੋਂ ਮਗਰੋਂ ਪਿੰਡ ਜਾਂ ਸ਼ਹਿਰ ਯਾਨੀ ਪੂਰੀ ਤੇ ਸਹੀ ਪਛਾਣ ਮੁਤਾਬਕ ਬਾਜ਼ਾਰ, ਗਲੀ, ਮੁਹੱਲਾ, ਜੇ ਸ਼ਹਿਰ ਹੋਵੇ ਡਾਕਖਾਨਾ, ਤਹਿਸੀਲ ਤੇ ਜ਼ਿਲ੍ਹਾ। ਪੜ੍ਹਨ ਯੋਗ ਅੱਖਰਾਂ ਤੇ ਭਾਸ਼ਾ ਵਿੱਚ ਲਿਖੋ ਤੇ ਸੂਬਾ ਜਿਵੇਂ ਪੰਜਾਬ ਲਿਖ ਦੇਵੋ। ਸਰਨਾਮੇ ਦੀ ਥੋੜ੍ਹੀ ਜਿਹੀ ਗਲਤੀ ਨਾਲ ਚਿੱਠੀ ਹੋਰ ਥਾਂ ਵੀ ਪਹੁੰਚ ਸਕਦੀ ਹੈ, ਪਰ ਹੁਣ ਪਿੰਨ ਕੋਡ ਬਹੁਤ ਗਲਤੀਆਂ ਨੂੰ ਠੀਕ ਕਰ ਦਿੰਦਾ ਹੈ। ਚਿੱਠੀ ਅੰਦਰੋਂ ਭਾਵੇਂ ਬਹੁਤ ਸੁੰਦਰ ਤੇ ਸਵਾਦਲੀ ਹੋਵੇ, ਪਰ ਠੀਕ ਸਰਨਾਮੇ ਤੋਂ ਬਗੈਰ ਉਹ ਵੀ ਵਿਅਰਥ ਹੋ ਸਕਦੀ ਹੈ। ਚਿੱਠੀ ਲਿਖਣ ਜਾਂ ਭੇਜਣ ਵਾਲੇ ਦਾ ਨਾਂ ਵੀ ਜ਼ਰੂਰੀ ਲਿਖੋ ਤਾਂ ਕਿ ਡਾਕੀਆ ਉਸ ਨਾਂ ਦੀ ਮਦਦ ਨਾਲ ਚਿੱਠੀ ਮਿਲਣ ਦੇ ਹੱਕਦਾਰ ਤੱਕ ਠੀਕ ਤੇ ਆਸਾਨੀ ਨਾਲ ਪਹੁੰਚ ਸਕੇ। ਹੁਣ ਤਾਂ ਚਿੱਠੀ ਮਿਲਣ ਤੇ ਭੇਜਣ ਵਾਲੇ ਦਾ ਫੋਨ ਨੰਬਰ ਵੀ ਲਿਖਿਆ ਜਾਂਦਾ ਹੈ ਤਾਂ ਕਿ ਉਲਝਣ ਵੇਲੇ ਸੰਪਰਕ ਕੀਤਾ ਜਾ ਸਕੇ। ਹੁਣ ਚਿੱਠੀ ਅੰਦਰੋਂ ਜਿੰਨਾ ਵੀ ਹੋ ਸਕੇ ਚਿੱਠੀ ਅੰਦਰੋਂ ਵੀ ਕਲਾਤਮਕ ਤੇ ਤਹਿਜ਼ੀਬ ਅਤੇ ਅਦਬ ਨਾਲ ਲਿਖੋ। ਚਿੱਠੀ ਅੰਦਰ ਲਿਖਿਆ ਪਿਆਰ ਅਤੇ ਸਤਿਕਾਰ ਵਿਗੜੇ ਹੋਏ 100 ਕੰਮ ਸਵਾਰ ਸਕਦਾ ਹੈ। ਤੁਸੀਂ ਚਿੱਠੀ ਭਾਵੇਂ ਆਪਣੇ ਤੋਂ ਵੱਡੇ, ਛੋਟੇ ਤੇ ਆਪਣੇ ਨਾਲ ਨਾਰਾਜ਼ ਜਾਂ ਖੁਸ਼ ਵਿਅਕਤੀ ਨੂੰ ਲਿਖ ਰਹੇ ਹੋ, ਕਦੇ ਵੀ ਮਾੜਾ ਸ਼ਬਦ ਨਾ ਵਰਤੋ। ਚਿੱਠੀ ਤਾਂ ਲਿਖਣ ਵਾਲੇ ਦੀ ਪਛਾਣ ਹੁੰਦੀ ਹੈ, ਨਾ ਕਿ ਪੜ੍ਹਨ ਵਾਲੇ ਦੀ। ਚਿੱਠੀ ਲਿਖਣ ਲੱਗਿਆਂ ਸੰਬੋਧਨ ਹੁੰਦਿਆਂ ਹੋਇਆਂ ਇੰਜ ਲਿਖੋ, ਮੇਰੇ ਪਿਆਰੇ ਮਿੱਤਰ, ਪੁੱਤਰ, ਪਿਤਾ ਜਾਂ ਕੁਝ ਹੋਰ ਹੋਵੇ। ਉਸ ਤੋਂ ਮਗਰੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਾਂ ਪੈਰੀ ਪੈਣਾ, ਮੱਥਾ ਟੇਕਣਾ ਜਾਂ ਕੁਝ ਹੋਰ। ਪਹਿਲੋਂ ਆਪਣੀ ਰਾਜ਼ੀ ਖੁਸ਼ੀ ਲਿਖੋ, ਜਿਵੇਂ ਮੈਂ ਰਾਜ਼ੀ ਖੁਸ਼ੀ ਹਾਂ ਤੇ ਤੁਹਾਡੀ ਰਾਜ਼ੀ ਖੁਸ਼ੀ ਪ੍ਰਮਾਤਮਾ ਤੋਂ ਚੰਗੀ ਚਾਹੁੰਦਾ ਹਾਂ। ਸਮਾਚਾਰ ਇਹ ਹੈ ਕਿ ਕੋਈ ਸ਼ਬਦ ਬਦਲਿਆ ਜਾਂ ਵਧਾਇਆ ਘਟਾਇਆ ਵੀ ਜਾ ਸਕਦਾ ਹੈ। ਇਸ ਤੋਂ ਮਗਰੋਂ ਤੁਸੀਂ ਦਿਲ ਅੰਦਰ ਰੱਖੀ ਯਾਨੀ ਲਿਖਣ ਵਾਲੀ ਹਰ ਗੱਲ ਲਿਖ ਸਕਦੇ ਹੋ। ਇਸ ਤਰ੍ਹਾਂ ਬੇਨਤੀ ਪੱਤਰ ਵਿੱਚ ਜੋ ਵੀ ਬੇਨਤੀ ਕਰਨੀ ਹੁੰਦੀ ਹੈ
ਉਹ ਸਾਰੀ ਦੀ ਸਾਰੀ ਬੇਨਤੀ ਤੇ ਸਤਿਕਾਰ ਦੇ ਰੂਪ ਵਿੱਚ ਹੀ ਲਿਖੋ, ਤਾਂ ਕਿ ਉਸ ਪੱਤਰ ਵਿੱਚ ਲਿਖੀ ਬੇਨਤੀ ਦੀ ਪ੍ਰਵਾਨਗੀ ਲੈ ਸਕੀਏ। ਮਾੜੇ ਸ਼ਬਦ ਲਿਖ ਕੇ ਬਣ ਰਹੇ ਸਾਰੇ ਕਾਰਜ ਵਿਗਾੜੇ ਜਾ ਸਕਦੇ ਹਨ। ਜਿਵੇਂ ਕਹਿੰਦੇ ਹੁੰਦੇ ਨਾ, ਤਲਵਾਰ ਦੇ ਜ਼ਖਮ ਨੂੰ ਤਾਂ ਆਰਾਮ ਆ ਸਕਦਾ ਹੈ, ਪਰ ਜ਼ੁਬਾਨ ਤੇ ਲਿਖਤੀ ਜ਼ਖਮ ਨੂੰ ਆਰਾਮ ਨਹੀਂ ਆਉਂਦਾ। ਮਨ ਅੰਦਰ ਸੰਭਾਲ ਕੇ ਰੱਖੀਆਂ ਲਿਖਣ ਵਾਲੀਆਂ ਸਾਰੀਆਂ ਗੱਲਾਂ ਨੂੰ ਪਹਿਰੇਵਾਰ ਲਿਖ ਕੇ ਚਿੱਠੀ ਨੂੰ ਅੰਤ ਵਿੱਚ ਪਿਆਰ ਤੇ ਅਦਬ ਨਾਲ ਸਮੇਟਦੇ ਹੋਏ ਉਹਨਾਂ ਨੂੰ ਪਿਆਰ, ਸਤਿ ਸ੍ਰੀ ਅਕਾਲ ਜਾਂ ਹੋਰ ਕੁਝ ਵੀ ਹੋਵੇ ਲਿਖੋ, ਤੇ ਉਹਨਾਂ ਵੱਲੋਂ ਆਪਣੀ ਰਾਜ਼ੀ ਬਾਰੇ ਦੇ ਜਵਾਬ ਦੀ ਮੰਗ ਕਰੋ। ਲਿਖੀ ਹੋਈ ਚਿੱਠੀ ਨੂੰ 2-3 ਵਾਰ ਫਿਰ ਪੜ੍ਹੋ ਤੇ ਲਿਖੀ ਹੋਈ ਗਲਤੀ ਨੂੰ ਠੀਕ ਕਰਕੇ ਦੇ ਯਕੀਨ ਕਰਕੇ ਬੰਦ ਕਰ ਦੇਵੋ। ਹੁਣ ਭਾਵੇਂ ਚਿੱਠੀਆਂ ਆਉਣੀਆਂ ਜਾਣੀਆਂ ਘਟ ਕੇ ਸਿਰਫ ਸਰਕਾਰੀ ਦਫ਼ਤਰਾਂ ਵਿੱਚ ਰਹਿ ਗਈਆਂ ਹਨ, ਫਿਰ ਵੀ ਚਿੱਠੀਆਂ ਨੇ ਮਨੁੱਖਤਾ ਦਾ ਸਾਥ ਕਈ ਹਜ਼ਾਰਾਂ ਸਾਲਾਂ ਤੋਂ ਨਿਭਾਇਆ ਹੈ। ਚਿੱਠੀ ਆਈ ਨੂੰ ਬਗੈਰ ਖੋਲ੍ਹੇ ਤੇ ਪੜ੍ਹੇ ਤੋਂ ਪਤਾ ਲੱਗ ਜਾਂਦਾ ਹੁੰਦਾ ਸੀ ਕਿ ਇਹ ਕਿਸ ਵੱਲੋਂ ਆਈ ਤੇ ਅੰਦਰ ਕੀ ਲਿਖਿਆ ਹੋਵੇਗਾ। ਜਿਵੇਂ ਫੌਜੀ ਚਿੱਠੀ ਦੀ ਪਛਾਣ ਲਿਫਾਫੇ ਤੋਂ ਹੀ ਹੋ ਜਾਂਦੀ ਹੈ, ਤੇ ਵਿਦੇਸ਼ੋਂ ਆਈ ਚਿੱਠੀ ਉੱਪਰ ਦੇਸ਼ ਦੀ ਉਸ ਸਰਕਾਰ ਦੀ ਟਿਕਟ ਤੇ ਭਾਸ਼ਾ ਵੀ ਲਿਖੀ ਹੁੰਦੀ ਹੈ। ਚਿੱਠੀ ਦਾ ਕੋਈ ਖੂੰਜਾ ਭਾਵੇਂ ਡਾਕੀਏ ਦੀ ਗਲਤੀ ਨਾਲ ਪਾਟ ਜਾਵੇ ਤਾਂ ਵੀ ਗਲਤ ਸਮਝਿਆ ਜਾਂਦਾ ਸੀ ਕਿ ਕੋਈ ਮੌਤ ਹੋ ਗਈ ਬਾਰੇ ਚਿੱਠੀ ਹੋਵੇਗੀ, ਤੇ ਸੰਦੂਰ ਲੱਗੀ ਹੋਈ ਕਿਸੇ ਰਿਸ਼ਤੇਦਾਰ ਦੀ ਚਿੱਠੀ ਨੂੰ ਸ਼ਗਨਾਂ ਦੀ ਚਿੱਠੀ ਸਮਝਿਆ ਜਾਂਦਾ ਸੀ। ਸਰਕਾਰੀ ਮਹਿਕਮਾ ਯਾਨੀ ਡਾਕ ਤੇ ਤਾਰ ਖੋਲ੍ਹਣ ਤੋਂ ਪਹਿਲਾਂ ਚਿੱਠੀਆਂ ਨੂੰ ਕਿਸੇ ਜਾਣਕਾਰ ਮਨੁੱਖ ਦੇ ਹੱਥ ਭੇਜਿਆ ਜਾਂਦਾ ਸੀ। ਸੁਣਨ ਵਿੱਚ ਆਉਂਦਾ ਕਿ ਚਿੱਠੀਆਂ ਕਬੂਤਰਾਂ ਰਾਹੀਂ ਵੀ ਭੇਜੀਆਂ ਤੇ ਮੰਗਵਾਈਆਂ ਜਾਂਦੀਆਂ ਰਹੀਆਂ ਹਨ, ਤੇ ਗੀਤਾਂ ਵਿੱਚ ਵੀ ਆਉਂਦਾ ਹੈ, ਵਾਸਤਾ ਹੀ ਰੱਬ ਦਾ ਜਾਮੀ ਵੇ ਕਬੂਤਰਾ, ਚਿੱਠੀ ਮੇਰੇ ਢੋਲ ਨੂੰ ਪਹੁੰਚਾਈ ਵੇ ਕਬੂਤਰਾ। ਚਿੱਠੀ ਸੱਭਿਆਚਾਰ ਵਿੱਚ ਆਈ ਤਬਦੀਲੀ ਦਾ ਮੁੱਖ ਕਾਰਨ ਸੰਚਾਰ ਸਾਧਨਾਂ ਵਿੱਚ ਆਈ ਵੱਡੀ ਤਰੱਕੀ ਹੀ ਹੈ। ਹੁਣ ਤਾਂ ਚਿੱਠੀਆਂ ਤਾਂ ਭਾਵੇਂ ਪੂਰੀ ਤਰ੍ਹਾਂ ਬੰਦ ਨਹੀਂ ਹੋਈਆਂ, ਪਰ ਤਾਰਾਂ ਤਾਂ ਬਿਲਕੁਲ ਹੀ ਬੰਦ ਹੋ ਗਈਆਂ ਹਨ। ਪੁਰਾਤਨ ਸਮੇਂ ਵਿੱਚ ਅਨਪੜ੍ਹ ਮਨੁੱਖ ਤੇ ਔਰਤ ਨੂੰ ਚਿੱਠੀ ਲਿਖਣ ਤੇ ਪੜ੍ਹਾਉਣ ਵਾਸਤੇ ਕਿਸੇ ਭਰੋਸੇਮੰਦ ਨੂੰ ਬੇਨਤੀ ਕਰਨੀ ਪੈਂਦੀ ਸੀ, ਕਿਉਂਕਿ ਦੂਸਰਾ ਲੇਖਕ ਜਾਂ ਪੜ੍ਹਨ ਵਾਲਾ ਚਿੱਠੀ ਵਿਚਲੀ ਗੁਪਤ ਗੱਲ ਨੂੰ ਕੰਧ ਦੇ ਉੱਪਰੋਂ ਦੀ ਦੂਸਰੇ ਦੇ ਘਰ ਭੇਜ ਸਕਦਾ ਸੀ। ਪਰਦੇ ਤੇ ਨਿੱਜੀ ਗੱਲਾਂ ਨੂੰ ਦੂਸਰੇ ਤੋਂ ਛੁਪਾਉਣਾ ਪੈਂਦਾ ਸੀ, ਤੇ ਕਈਆਂ ਨੇ ਡਾਕੀਏ ਨੂੰ ਦੱਸਿਆ ਤੇ ਤਾਕੀਦ ਕੀਤੀ ਹੁੰਦੀ ਸੀ ਕਿ ਮੇਰੇ ਨਾਂ ਉੱਤੇ ਆਈ ਚਿੱਠੀ ਸਿਰਫ ਮੈਨੂੰ ਹੀ ਫੜਾਈ ਜਾਵੇ। ਮਹਿਬੂਬ ਜਾਂ ਮਹਿਬੂਬਾ ਵੱਲੋਂ ਆਈ ਉਹ ਪਿਆਰ ਦੀ ਚਿੱਠੀ ਇਕਾਂਤ ਵਿੱਚ ਬੈਠ ਕੇ ਪੜ੍ਹੀ ਜਾਂਦੀ ਤੇ ਪਿਆਰ ਨਾਲ ਹੀ ਸੰਭਾਲੀ ਤੇ ਛੁਪਾਈ ਵੀ ਜਾਂਦੀ ਹੁੰਦੀ ਸੀ। ਹੁਣ ਤਾਂ ਸਾਰੇ ਵੱਡੇ ਛੋਟੇ ਕਾਰਖਾਨਿਆਂ ਵਿੱਚ ਕੰਪਿਊਟਰਾਂ ਨੇ ਕਬਜ਼ਾ ਕਰਕੇ ਸਾਰੇ ਕੰਮਾਂ ਵਿੱਚ ਤਬਦੀਲੀ ਲਿਆ ਕੇ ਤੇਜ਼ੀ ਹੀ ਨਹੀਂ ਲਿਆਂਦੀ ਹੈ, ਸਗੋਂ ਸਾਰੇ ਦੇ ਸਾਰੇ ਕੰਮ ਸੁਖਾਲੇ ਕਰਕੇ ਤੇ ਹੋਰ ਤਰੱਕੀ ਦੇ ਕੇ ਹੁਣ ਇਹਨਾਂ ਦਿਨਾਂ ਵਿੱਚ ਆਨਲਾਈਨ ਵੀ ਹੋ ਰਹੇ ਨੇ, ਤੇ ਨਵੇਂ ਸੱਭਿਆਚਾਰ ਨੇ ਹੋਂਦ ਵਿੱਚ ਆ ਕੇ ਪੁਰਾਣੇ ਪੂਰੇ ਦੇ ਪੂਰੇ ਸੱਭਿਆਚਾਰ ਨੂੰ ਬਦਲ ਕੇ ਅਲੋਪ ਕਰਨਾ ਵੀ ਸ਼ੁਰੂ ਕਰ ਦਿੱਤਾ ਤੇ ਵਿਗਿਆਨਕ ਯੁੱਗ ਦੀ ਸ਼ੁਰੂਆਤ ਹੋ ਗਈ ਹੈ। ਜਦੋਂ ਪੁਰਾਤਨ ਸਮੇਂ ਵਿੱਚ ਨਵੇਂ ਉਪਕਰਨ ਹੋਂਦ ਵਿੱਚ ਆ ਕੇ ਘਰਾਂ ਤੱਕ ਪਹੁੰਚੇ ਸਨ, ਜਿਵੇਂ ਹੁਣ 21ਵੀਂ ਸਦੀ ਦੇ ਸ਼ੁਰੂ ਵਿੱਚ ਵਿਗਿਆਨਕ ਯੁੱਗ ਆ ਗਏ ਬਾਰੇ ਲੱਗ ਰਹੇ ਅਨੁਮਾਨਾਂ ਤੋਂ ਵੀ ਵੱਧ ਆ ਗਏ, ਜਿਨ੍ਹਾਂ ਨੇ ਸੱਚ ਬਣ ਕੇ ਹੀ ਵਿਖਾਇਆ ਹੈ ਤੇ ਸੋਚਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਕਿ ਕੋਝੇ ਜਿਹੇ ਸਮੇਂ ਵਿੱਚ ਹੀ ਵਿਗਿਆਨ ਨੇ ਵੱਡੀ ਪਲੰਘ ਪੁੱਟ ਕੇ ਚਮਤਕਾਰ ਕਰਕੇ ਕਿਵੇਂ ਦਿਖਾਇਆ। ਇਸੇ ਤਰ੍ਹਾਂ ਹੀ 20ਵੀਂ ਸਦੀ ਦੇ 1940 ਤੋਂ 1960 ਈਸਵੀ ਵਿੱਚ ਕੁਝ ਉਪਕਰਨ ਜਿਵੇਂ ਟਾਈਮ ਪੀਸ, ਸਾਈਕਲ, ਰੇਡੀਓ, ਹਾਰਮੋਨੀਅਮ, ਲਾਖ ਤੇ ਤਵਿਆਂ ਵਾਲਾ ਗ੍ਰਾਮੋਫੋਨ ਅਤੇ ਆਵਾਜ਼ ਵਧਾਉਣ ਵਾਲੇ ਵੱਡੇ ਵੱਡੇ ਲਾਊਡ ਸਪੀਕਰ ਸਨ। ਇਹ ਉਪਕਰਨ ਬਾਹਰਲੇ ਦੇਸ਼ਾਂ ਤੇ ਭਾਰਤ ਦੇ ਸ਼ਹਿਰਾਂ ਵਿੱਚ ਹੋ ਸਕਦਾ ਪਹਿਲੋਂ ਆ ਗਏ ਹੋਣ, ਪਰ ਇਹ ਪਿੰਡਾਂ ਵਿੱਚ ਮਗਰੋਂ ਹੀ ਆਏ ਸਨ। ਭਾਵੇਂ ਇਹ ਸਾਰੇ ਸਾਧਨ ਪਿੰਡਾਂ ਵਿੱਚ ਇਕੱਠੇ ਨਹੀਂ, ਸਗੋਂ ਕੁਝ ਸਮੇਂ ਤੋਂ ਮਗਰੋਂ ਹੀ ਬਾਹਰੋਂ-ਵਾਰੀ ਆਉਂਦੇ ਰਹੇ ਸਨ, ਪਰ ਜਦੋਂ ਵੀ ਇਹ ਉਪਕਰਨ ਪਿੰਡਾਂ ਤੱਕ ਪਹੁੰਚ ਜਾਂਦੇ ਸਨ ਤਾਂ ਇਹ ਲੋਕਾਂ ਵਾਸਤੇ ਨਵੇਂ ਹੋਣ ਕਰਕੇ ਉਸ ਵੇਲੇ ਨੂੰ ਤਰੱਕੀ ਦੀ ਨਿਸ਼ਾਨੀ ਸਮਝ ਕੇ ਲੋਕ ਬਹੁਤ ਹੈਰਾਨ ਹੁੰਦੇ ਸਨ, ਕਿਉਂਕਿ ਉਹਨਾਂ ਪਛੜੇ ਹੋਏ ਲੋਕਾਂ ਵਾਸਤੇ ਇਹ ਉਪਕਰਨ ਆਧੁਨਿਕ ਤੇ ਨਵੇਂ ਹੀ ਹੁੰਦੇ ਸਨ। ਇਹਨਾਂ ਸਾਰੇ ਉਪਕਰਨਾਂ ਦੇ ਪਹਿਲੇ ਤੇ ਉਸ ਵੇਲੇ ਦੇ ਮਾਡਲ ਇਹ ਨਹੀਂ ਸਨ ਤੇ ਪੁਰਾਣੇ ਸਨ। ਫਿਰ ਉਹਨਾਂ ਵਿੱਚ ਸੁਧਾਰ ਹੁੰਦਾ ਗਿਆ ਤੇ ਹੁਣ ਵਾਲੇ ਬਣ ਗਏ। ਹਾਰਮੋਨੀਅਮ ਐਸਾ ਉਪਕਰਨ ਹੁੰਦਾ ਹੈ ਜੋ ਗਾ ਹੋ ਰਹੇ ਮਿੱਠੀ ਆਵਾਜ਼ ਵਿੱਚ ਗੀਤਾਂ ਨੂੰ ਹੋਰ ਮਿਠਾਸ ਬਖਸ਼ ਕੇ ਹੋਰ ਪਿਆਰੀ ਤੇ ਸੁਰੀਲੀ ਧੁਨੀ ਰਾਹੀਂ ਹੋਰ ਪਿਆਰੀ ਬਣਾਉਣ ਵਿੱਚ ਸਹਾਇਤਾ ਕਰਦਾ ਹੈ। ਜਦੋਂ ਹਾਰਮੋਨੀਅਮ ਦੇ ਨਾਲ ਢੋਲਕੀ ਜਾਂ ਤਬਲਾ ਵੀ ਸ਼ਾਮਲ ਹੋ ਜਾਂਦਾ ਤਾਂ ਗੀਤ ਹਰ ਪੱਖ ਤੋਂ ਸੰਪੂਰਨ ਹੀ ਹੋ ਜਾਂਦਾ ਹੈ। ਉਸ ਵੇਲੇ ਗਾ ਹੋ ਰਹੇ ਗੀਤ ਦੀ ਆਵਾਜ਼ ਨੂੰ ਹਰ ਪੱਖ ਦੀ ਬਾਹਰੀ ਹੋਰ ਸਹਾਇਤਾ ਮਿਲ ਜਾਂਦੀ ਹੈ। ਇਸੇ ਤਰ੍ਹਾਂ ਹੀ ਲਾਊਡ ਸਪੀਕਰ ਐਸਾ ਉਪਕਰਨ ਤੇ ਸਾਧਨ ਹੁੰਦਾ ਹੈ ਜੋ ਬੈਟਰੀ ਤੇ ਬਿਜਲੀ ਦੀ ਮਦਦ ਨਾਲ ਆਵਾਜ਼ ਨੂੰ ਉੱਚੀ ਕਰਨ ਤੇ ਦੂਰ ਤੱਕ ਪਹੁੰਚਾਉਣ ਵਿੱਚ ਮਦਦ ਕਰਦਾ ਹੈ। ਪੁਰਾਤਨ ਸਮੇਂ ਵਿੱਚ ਸਪੀਕਰ ਦਾ ਆਕਾਰ ਬਹੁਤ ਵੱਡਾ ਹੁੰਦਾ ਸੀ। ਵਿਆਹ ਸ਼ਾਦੀਆਂ ਜਾਂ ਹੋਰ ਖੁਸ਼ੀਆਂ ਦੇ ਵੇਲੇ ਕੱਚੇ ਕੋਠਿਆਂ ਦੀਆਂ ਛੱਤਾਂ ਉੱਪਰ 2 ਮੰਜੇ ਖੜੇ ਕਰਕੇ ਤੇ ਉੱਪਰੋਂ ਇਕੱਠੇ ਤੇ ਹੇਠੋਂ ਦੂਰ ਕਰਕੇ ਉਹਨਾਂ ਦੇ ਉੱਪਰ ਸਪੀਕਰ ਨੂੰ ਬੰਨ੍ਹ ਦਿੱਤਾ ਜਾਂਦਾ ਸੀ ਤੇ ਉਸ ਨਾਲ ਤਾਰਾਂ ਜੋੜ ਕੇ ਹੇਠਾਂ ਲਿਆਂਦੀਆਂ ਜਾਂਦੀਆਂ ਸਨ। ਜੋ ਨੇੜੇ ਤੇੜੇ ਕੋਈ ਰੁੱਖ ਹੁੰਦਾ ਸੀ ਤਾਂ ਸਪੀਕਰ ਨੂੰ ਰੁੱਖ ਦੇ ਕਿਸੇ ਢੁਕਵੇਂ ਟਾਹਣੇ ਉੱਤੇ ਬੰਨ੍ਹ ਦਿੱਤਾ ਜਾਂਦਾ ਸੀ। ਸ਼ੁਰੂ ਵਿੱਚ ਜਦੋਂ ਹਾਰਮੋਨੀਅਮ ਪੇਂਡੂ ਹਲਕਿਆਂ ਵਿੱਚ ਨਵੇਂ ਆਏ ਸਨ ਤਾਂ ਪੇਂਡੂ ਲੋਕ ਇਸ ਦੀ ਬਣਾਵਟ, ਆਵਾਜ਼ ਤੇ ਵਜਾਉਣ ਵੱਲ ਦੇਖ ਕੇ ਪ੍ਰਭਾਵਿਤ ਹੁੰਦੇ ਸਨ।
ਟਾਈਮ ਪੀਸ ਵੀ ਹਾਰਮੋਨੀਅਮ ਵਾਂਗੂ ਕਾਫੀ ਸਮਾਂ ਪਹਿਲਾਂ ਹੀ ਹੋਂਦ ਵਿੱਚ ਆ ਗਿਆ ਸੀ, ਪਰ ਭਾਰਤ ਪੁਰਾਤਨ ਸਮੇਂ ਵਿੱਚ ਅੰਗਰੇਜ਼ ਰਾਜ ਅਧੀਨ ਹੋਣ ਕਰਕੇ ਤੇ ਪਛੜਿਆ ਹੋਇਆ ਸੀ। ਸ਼ਹਿਰਾਂ ਤੱਕ ਜਾਂਦੇ ਰਾਹ, ਸੜਕਾਂ, ਕੱਚੇ ਆਵਾਜਾਈ ਦੇ ਸਾਧਨ ਵੀ ਨਾ ਹੋਣ ਕਰਕੇ ਹਰ ਸਾਧਨ ਕੀ ਕੋਈ ਮਸ਼ਹੂਰ ਖਬਰ ਵੀ ਇੱਕ ਦੂਸਰੇ ਨੂੰ ਨਹੀਂ ਸੀ ਮਿਲਦੀ, ਜਿਸ ਕਰਕੇ ਜਿਹੜਾ ਸਾਧਨ ਜਾਂ ਉਪਕਰਨ ਕਾਫੀ ਸਮਾਂ ਪਹਿਲਾਂ ਹੋਂਦ ਵਿੱਚ ਆ ਗਿਆ ਹੁੰਦਾ, ਉਹ ਵੀ ਪਿੰਡ ਤੱਕ ਕਾਫੀ ਸਮੇਂ ਤੱਕ ਹੋਰ ਪਛੜ ਕੇ ਹੀ ਪਹੁੰਚਦਾ ਸੀ। ਇਸ ਤਰ੍ਹਾਂ ਹੀ ਘੜੀ ਤੇ ਟਾਈਮ ਪੀਸ ਵੀ ਪੇਂਡੂ ਥਾਵਾਂ 'ਤੇ ਜੋ ਸ਼ਹਿਰਾਂ ਤੋਂ ਬਹੁਤ ਦੂਰ ਸਨ, ਪਛੜ ਕੇ ਹੀ ਪਹੁੰਚੇ ਸਨ, ਜਿਸ ਕਰਕੇ ਪੇਂਡੂ ਲੋਕਾਂ ਨੇ ਵਕਤ ਬਾਰੇ ਆਪਣੇ ਵੱਲੋਂ ਹੀ ਦੇਸੀ ਨਾਂ ਰੱਖੇ ਹੋਏ ਸੀ, ਜਿਵੇਂ ਸਵੇਰਾ, ਸ਼ਾਹ ਵੇਲਾ, ਦੁਪਹਿਰ, ਲੋਢਾ ਵੇਲਾ, ਤਰਕਾਲਾਂ, ਦਿਨ ਢਲਿਆ, ਮੂੰਹ ਹਨੇਰਾ ਅਤੇ ਵੇਲੇ ਨੂੰ ਵੰਡਿਆ ਹੋਇਆ ਹੁੰਦਾ ਸੀ। ਪਲ ਦੋ ਪਲ, ਘੜੀ ਦੋ ਘੜੀਆਂ, ਪਹਿਰ ਦੋ ਪਹਿਰ, ਤਿੰਨ ਪਹਿਰ, ਤੜਕਾ, ਵੱਡਾ ਤੜਕਾ, ਛੋਟਾ ਤੜਕਾ, ਅੱਧੀ ਰਾਤ, ਪਹਿਰ ਰਾਤ, ਰਹਿੰਦੀ ਤੇ ਗਈ ਤੇ ਵਗੈਰਾ ਵਗੈਰਾ। ਪੁਰਾਤਨ ਸਮੇਂ ਵਾਲੇ ਟਾਈਮ ਪੀਸ ਜਾਂ ਕੰਧ ਨਾਲ ਟੰਗਣ ਵਾਲੇ ਵਾਲ ਕੁਲਾਕਾਂ ਦੇ ਮਾਡਲ ਵੀ ਪਹਿਲੇ ਹੋਰ ਸੀ। ਉਸ ਤੋਂ ਮਗਰੋਂ ਉਹਨਾਂ ਵਿੱਚ ਸੁਧਾਰ ਹੁੰਦਾ ਗਿਆ ਤੇ ਮਾਡਲਾਂ ਦੇ ਰੂਪ ਵੀ ਬਦਲਦੇ ਗਏ। ਉਹਨਾਂ ਨੂੰ ਹਰ 24 ਘੰਟੇ ਪਿੱਛੋਂ ਚਾਬੀ ਦੇਣੀ ਵੀ ਜ਼ਰੂਰੀ ਹੁੰਦੀ ਸੀ, ਨਹੀਂ ਤਾਂ ਉਹ ਚਾਬੀ ਮੁੱਕ ਜਾਣ ਤੋਂ ਮਗਰੋਂ ਰੁਕ ਜਾਂਦੇ ਸਨ। ਲੋਕਾਂ ਦੀ ਸਹੂਲਤ ਵਾਸਤੇ ਸ਼ਹਿਰ 'ਚ ਤਾਂ ਘੰਟਾ ਘਰ ਬਣਾਏ ਹੋਏ ਹੁੰਦੇ ਸਨ, ਜਿਸ ਵਿੱਚ ਵੱਡੀਆਂ ਘੜੀਆਂ ਰੱਖ ਕੇ ਲੰਬੀਆਂ ਲੰਬੀਆਂ ਸੂਈਆਂ ਘੁੰਮਦੀਆਂ ਹੁੰਦੀਆਂ ਸਨ। ਘੰਟਾ ਘਰ ਬਹੁਤ ਉੱਚੇ ਤੇ ਮੀਨਾਰ ਦੇ ਰੂਪ ਵਿੱਚ ਹੁੰਦਾ ਸੀ। ਲੋਕ ਕਹਿੰਦੇ ਹੁੰਦੇ ਸੀ, ਮਹਾਰਾਜਾ ਕਪੂਰਥਲਾ ਲੋਕਾਂ ਦੀ ਸਹੂਲਤ ਵਾਸਤੇ ਸਮਾਂ ਦੱਸਣ ਵਾਸਤੇ ਤੋਪਾਂ ਦਾ ਇੱਕ ਗੋਲਾ ਫਾਇਰ ਕਰਾਉਂਦਾ ਹੁੰਦਾ ਸੀ। ਲੋਕ ਉਸ ਨਾਲ ਘੜੀਆਂ ਦਾ ਸਮਾਂ ਮਿਲਾ ਲੈਂਦੇ ਹੁੰਦੇ ਸੀ। ਘੜੀ ਨਾ ਰੱਖਣ ਵਾਲਿਆਂ ਨੂੰ ਸਮੇਂ ਦਾ ਪਤਾ ਲੱਗ ਜਾਂਦਾ ਹੁੰਦਾ ਸੀ। ਉਹ ਧਮਾਕਾ ਲਗਭਗ 1948-49 ਈਸਵੀ ਤੱਕ ਹੁੰਦਾ ਰਿਹਾ ਸੀ। ਉਸ ਤੋਂ ਮਗਰੋਂ ਮਹਾਰਾਜੇ ਦੀ ਮੌਤ ਹੋ ਗਈ ਤੇ ਮਗਰੋਂ ਧਮਾਕੇ ਦੀ ਆਵਾਜ਼ ਵੀ ਬੰਦ ਹੋ ਗਈ ਸੀ। ਲਾਖ ਦੇ ਤਵਿਆਂ ਵਾਲਾ ਗ੍ਰਾਮੋਫੋਨ। ਪਿੰਡ ਕਾਲਵਾਂ ਦੇ ਸਾਡੇ ਘਰ ਦੇ ਪਿਛਲੇ ਪਾਸੇ 1947 ਈਸਵੀ ਤੋਂ ਪਹਿਲਾਂ ਇੱਕ ਘਰ ਮੁਸਲਿਮ ਫਕੀਰ ਭਾਈਚਾਰੇ ਨਾਲ ਸੰਬੰਧਿਤ ਸੀ, ਜਿਸ ਦੀ ਮਾਲਕ ਅੱਲਾ ਦੀ, ਜੋ ਬਹੁਤ ਹੀ ਝਗੜਾਲੂ ਵਿਚਾਰਾਂ ਵਾਲੀ ਬਿਰਧ ਔਰਤ ਸੀ, ਦੀ ਇੱਕ ਧੀ ਕਪੂਰਥਲੇ ਵਿਆਹੀ ਹੋਈ ਸੀ, ਜਿਸ ਦੇ ਘਰਵਾਲਾ ਇੱਥੇ ਮਿਲਣ ਆਉਂਦੇ ਸਮੇਂ ਆਪਣਾ ਗ੍ਰਾਮੋਫੋਨ ਤੇ ਫਿਲਮ ਰਤਨ ਅਤੇ ਜੀਨਤ ਬੇਗਮ ਦੇ ਗੀਤਾਂ ਵਾਲੇ ਵੱਡੇ ਵੱਡੇ ਲਾਖ ਦੇ ਤਵੇ ਤੇ ਲੋਹੇ ਦੀਆਂ ਇੱਕ ਪਾਸੇ ਤੋਂ ਤਿੱਖੀਆਂ ਸੂਈਆਂ ਦੀਆਂ ਡੱਬੀਆਂ ਵੀ ਨਾਲ ਲੈ ਕੇ ਆਉਂਦਾ ਹੁੰਦਾ ਸੀ, ਜਿਸ ਬਾਰੇ ਪਤਾ ਲੱਗਦੇ ਹੀ ਪਿੰਡ ਦੇ ਬੱਚੇ ਸ਼ਾਮ ਹੋਈ ਤੋਂ ਉਹਨਾਂ ਦੇ ਘਰ ਆ ਕੇ ਨਵੇਂ ਉਪਕਰਨ ਨੂੰ ਦੇਖਣ ਤੇ ਗਾਏ ਜਾਂਦੇ ਗੀਤ ਤੇ ਤਵਿਆਂ ਵਿੱਚੋਂ ਗੀਤ ਕਿਵੇਂ ਨਿਕਲਦੇ ਤੇ ਆਵਾਜ਼ ਦਾ ਰੂਪ ਕਿਵੇਂ ਲੈਂਦੇ ਹਨ, ਤਵਿਆਂ ਦਾ ਪਾਸਾ ਬਦਲਣਾ ਤੇ ਲਿਖਿਆ ਗੀਤ ਦਾ ਨਾਂ ਤੇ ਸੂਈ ਨੂੰ ਬਦਲ ਹੁੰਦਾ ਰੀਝ ਨਾਲ ਦੇਖਦੇ ਤੇ ਸੁਣਦੇ ਹੁੰਦੇ ਸਨ। ਅਸੀਂ ਪਛੜੇ ਹੋਏ ਪਿੰਡ ਕਾਲਵਾਂ, ਜੋ ਕਪੂਰਥਲਾ ਰਿਆਸਤ ਦੇ ਦੱਖਣ ਪੂਰਬ ਦਿਸ਼ਾ ਵਾਲਾ ਆਖਰੀ ਪਿੰਡ ਸੀ, ਦੇ ਬੱਚੇ ਤੇ ਹੋਰ ਮਨੁੱਖ ਵੀ ਸਾਡੇ ਪਿੰਡ ਆਉਂਦੇ ਨਵੇਂ ਤੋਂ ਨਵੇਂ ਉਪਕਰਨ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਸਨ। ਸਾਨੂੰ ਰਾਤ ਦੀ ਰੋਟੀ ਦਾ ਚੇਤਾ ਭੁੱਲ ਜਾਂਦਾ। ਘਰ ਵਾਲੇ ਸਾਨੂੰ ਉਡੀਕ ਕੇ ਸੌਂ ਜਾਂਦੇ ਤੇ ਵਾਰ-ਵਾਰ ਫਿਲਮੀ ਗੀਤ ਸੁਣ ਕੇ ਸਾਨੂੰ ਜ਼ਬਾਨੀ ਯਾਦ ਉਹ ਹੋ ਗਏ ਸਨ। ਪੀੜੀ ਦੇ ਆਕਾਰ ਦੀ ਗ੍ਰਾਮੋਫੋਨ, ਜੋ ਕਾਲੇ ਰੰਗ ਦੀ ਮਸ਼ੀਨ ਸੀ, ਦਾ ਜਦੋਂ ਢੱਕਣ ਖੁੱਲ੍ਹਦਾ ਸੀ ਤਾਂ ਉਸ ਵਿੱਚੋਂ ਸਪੀਕਰ ਨੂੰ ਘੁਮਾ ਕੇ ਉਤਾਂਹ ਨੂੰ ਕਰ ਦਿੱਤਾ ਜਾਂਦਾ ਤੇ ਉਸ ਦੇ ਹੇਠਾਂ ਲਾਖ ਦਾ ਗੋਲਾ ਬਣਿਆ ਤਵੇ ਦੀ ਸ਼ਕਲ ਦਾ ਦੋਵੇਂ ਪਾਸੇ ਬਣੀਆਂ ਗੋਲ ਲਕੀਰਾਂ ਵਾਲਾ ਕਾਲੇ ਰੰਗ ਦਾ ਤਵਾ ਰੱਖ ਦਿੱਤਾ ਜਾਂਦਾ ਤੇ ਸੱਜੇ ਹੱਥ ਨਾਲ ਮਸ਼ੀਨ ਨੂੰ ਚਾਬੀ ਦੇ ਕੇ ਘੁੰਮਦੇ ਤਵੇ ਉੱਤੇ ਸੂਈ ਦਾ ਤੇਜ਼ ਪਾਸਾ ਰੱਖਦੇ ਸਾਰ ਗੀਤ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਸੀ। ਜਦੋਂ ਸੂਈ ਤਵੇ ਦੇ ਵਿਚਕਾਰ ਪੁੱਜ ਜਾਂਦੀ ਤਾਂ ਗੀਤ ਵੀ ਮੁੱਕ ਜਾਂਦਾ, ਤਾਂ ਸੂਈ ਉੱਪਰ ਚੁੱਕ ਕੇ ਬਦਲੀ ਜਾਂਦੀ ਤੇ ਤਵੇ ਨੂੰ ਵੀ ਪਲਟਿਆ ਜਾਂਦਾ ਸੀ। ਉਹ ਕਿੰਨਾ ਚੰਗਾ ਸਮਾਂ ਸੀ ਜਦੋਂ 55-60% ਮੁਸਲਿਮ ਵਸੋਂ ਵਾਲੇ ਪੂਰਬੀ ਪੰਜਾਬ ਵਿੱਚ ਹਿੰਦੂ, ਸਿੱਖ ਤੇ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਸਾਰੇ ਲੋਕ ਇਕੱਠੇ ਬੈਠ ਕੇ ਜ਼ਿੰਦਗੀ ਜਿਉਂਦੇ ਹੁੰਦੇ ਸਨ ਤੇ ਕਦੇ ਵੀ ਆਪਸ ਵਿੱਚ ਵੀ ਲੜਦੇ ਨਹੀਂ ਸਨ, ਸਗੋਂ ਪਿਆਰ ਵਿੱਚ ਇਕੱਠੇ ਹੀ ਬੈਠਦੇ ਹੁੰਦੇ ਸੀ। ਪਰ ਪੱਛਮੀ ਪੰਜਾਬ ਵਿੱਚ ਮੁਸਲਿਮ ਲੀਗ ਨੇ ਐਸੀ ਜ਼ਾਲਮ ਹਵਾ ਚਲਾ ਦਿੱਤੀ, ਜਿਸ ਦੇ ਭਾਂਬੜ ਪੂਰੇ ਪੰਜਾਬ ਵਿੱਚ ਵੀ ਆ ਗਏ ਤੇ ਬਗੈਰ ਕਿਸੇ ਗੁੱਸੇ ਗਿਲੇ ਤੇ ਦੁਸ਼ਮਣੀ ਦੇ ਪੰਜਾਬੀ ਧਰਮ ਦੇ ਆਧਾਰ ਤੇ ਇੱਕ ਦੂਸਰੇ ਦੇ ਵੈਰੀ ਬਣ ਗਏ, ਜਿਸ ਦੇ ਨਤੀਜੇ ਵਿੱਚ 5 ਲੱਖ ਹਿੰਦੂ, ਸਿੱਖ ਤੇ ਇੰਨੇ ਹੀ ਮੁਸਲਿਮ ਭਾਈ ਕਾਲੀ ਬੋਲੀ ਜ਼ਾਲਮ ਹਨੇਰੀ ਵਿੱਚ ਕੀਮਤੀ ਜਾਨਾਂ ਬਰਬਾਦ ਕਰਵਾ ਬੈਠੇ। ਪਾਕਿਸਤਾਨ ਵਿੱਚ ਬੈਠੇ ਕੱਟੜਾਂ ਨੇ ਹੁਣ ਵੀ ਕੋਈ ਸਬਕ ਨਹੀਂ ਸਿੱਖਿਆ। ਉਹ ਹੁਣ ਵੀ ਦੀਨਾਨਗਰ ਤੇ ਕਦੇ ਪਠਾਨਕੋਟ ਵਿਖੇ ਅੱਤਵਾਦੀ ਹਮਲਾ ਕਰਵਾ ਦਿੰਦੇ ਨੇ। ਗਲਤ ਰਾਹ ਪਏ ਹੋਏ ਕੱਟੜਾਂ ਨੇ ਸਾਡੀ ਨੀਂਦ ਘੱਟ ਤੇ ਪੂਰੇ ਪਾਕਿਸਤਾਨ ਦੀ ਪੂਰੀ ਨੀਂਦ ਖਰਾਬ ਕੀਤੀ ਹੋਈ ਹੈ। ਪਰਮਾਤਮਾ ਉਹਨਾਂ ਨੂੰ ਸਮੱਤ ਬਖਸ਼ੇ, ਸਾਡੀ ਇਹੀ ਦੁਆ ਹੈ। ਬਾਈਸਾਈਕਲ। ਪੈਰਾਂ ਨਾਲ ਪੈਡਲ ਘੁਮਾ ਕੇ ਚੱਲਣ ਵਾਲੇ 2 ਪਹੀਆ ਸਾਈਕਲ ਦੀ ਹੋਂਦ ਤਾਂ ਭਾਵੇਂ ਕਾਫੀ ਪਹਿਲਾਂ ਹੀ ਹੋ ਚੁੱਕੀ ਹੋਵੇਗੀ, ਪਰ ਇਹ ਪੇਂਡੂ ਇਲਾਕਿਆਂ ਵਿੱਚ 1945 ਈਸਵੀ ਦੇ ਨੇੜੇ ਤੇੜੇ ਹੀ ਪੁੱਜਿਆ ਸੀ, ਜਿਸ ਨੂੰ ਦੇਖ ਕੇ ਪਹਿਲੋਂ ਲੋਕ ਬਹੁਤ ਹੈਰਾਨ ਹੁੰਦੇ ਸਨ ਕਿ 2 ਪਹੀਆਂ ਵਾਲਾ ਇਹ ਸਾਧਨ ਚੱਲਦੇ ਵੇਲੇ ਸੱਜੇ ਤੇ ਖੱਬੇ ਪਾਸੇ ਕਿਉਂ ਨਹੀਂ ਡਿੱਗਦਾ, ਜਦਕਿ ਖੜੇ ਰਹਿਣ ਵਾਸਤੇ ਜਾਂ ਚੱਲਦੇ ਵੇਲੇ 3 ਪਹੀਆਂ ਦਾ ਹੋਣਾ ਜ਼ਰੂਰੀ ਹੈ। ਤੇ ਇੱਕ ਐਸਾ ਚੰਗਾ ਸਾਧਨ ਹੈ ਜੋ ਤੁਰਨ ਵਾਲੀ ਚਾਲ ਵਿੱਚ ਪੈਡਲ ਮਾਰ ਕੇ ਦੌੜਨ ਵਾਲੀ ਚਾਲ ਤੋਂ ਵੀ ਵੱਧ ਪੈਂਡਾ ਮੁਕਾਉਂਦਾ ਹੈ। ਇਸ ਦੇ ਦੋਨਾਂ ਭੂਗੋਲਿਕ ਜ਼ਮੀਨੀ ਖੇਤਰਾਂ ਵਿੱਚ ਆਉਣ ਵੇਲੇ
ਇੱਥੇ ਪਛੜੇ ਹੋਏ ਇਲਾਕੇ ਵਿੱਚ ਨਾ ਕੋਈ ਸੜਕ, ਨਾ ਕੋਈ ਸਾਈਕਲ ਚਲਾਉਣ ਯੋਗ ਰਾਹ ਜਾਂ ਪਗਡੰਡੀ ਸੀ, ਜਿਸ ਕਰਕੇ ਇੱਕ ਪਿੰਡ ਤੋਂ ਦੂਸਰੇ ਪਿੰਡ ਜਾਣ ਵਾਸਤੇ ਇਸ ਉੱਪਰ ਚੜ੍ਹ ਕੇ ਚਲਾਉਣ ਦਾ ਮੌਕਾ ਘੱਟ ਮਿਲਦਾ ਸੀ, ਪਰ ਇਸ ਨੂੰ ਰੇੜਨਾ ਜ਼ਿਆਦਾ ਪੈਂਦਾ ਸੀ। ਪਰ ਹੁਣ ਹਰ ਪਿੰਡ ਤੋਂ ਇੱਕ ਦੂਸਰੇ ਪਿੰਡ ਨੂੰ ਜਾਣ ਵਾਸਤੇ ਸੜਕਾਂ ਬਣ ਚੁੱਕੀਆਂ ਨੇ, ਆਉਣਾ ਜਾਣਾ ਸੌਖਾ ਹੋ ਗਿਆ। ਭਾਵੇਂ ਹੁਣ ਤਰੱਕੀ ਦਾ ਯੁੱਗ ਹੋਣ ਕਾਰਨ ਘਰ ਘਰ ਵਿੱਚ ਮਸ਼ੀਨਰੀ ਆ ਕੇ 2 ਪਹੀਆ ਤੇ ਦੂਸਰੇ ਵਾਹਨ ਆ ਚੁੱਕੇ ਨੇ, ਫਿਰ ਵੀ ਸਾਈਕਲ ਹੁਣ ਵੀ ਪ੍ਰਸੰਗਿਕ ਹੈ। ਰੇਡੀਓ ਦੀ ਕਾਢ ਵੀ ਕਾਫੀ ਪਹਿਲੋਂ ਨਿਕਲ ਕੇ ਪੰਜਾਬ ਦੇ ਸ਼ਹਿਰੀ ਇਲਾਕੇ ਵਿੱਚ ਕਾਫੀ ਪਹਿਲੋਂ ਆ ਗਈ ਸੀ, ਪਰ ਇਹ ਪੇਂਡੂ ਹਲਕਿਆਂ ਵਿੱਚ ਲੇਟ ਹੀ ਪੁੱਜਿਆ ਸੀ। ਪਹਿਲੋਂ ਪੰਜਾਬ ਸਰਕਾਰ ਨੇ ਪੰਚਾਇਤਾਂ ਨੂੰ ਇੱਕ ਰੇਡੀਓ ਦੀ ਵੱਡੇ ਆਕਾਰ ਵਾਲੇ ਸੈੱਟ ਪੇਂਡੂਆਂ ਦੀ ਸਹੂਲਤ ਵਾਸਤੇ ਦਿੱਤੇ ਸਨ, ਜਿਸ ਦੇ ਦਿਹਾਤੀ ਪ੍ਰੋਗਰਾਮ ਵਿੱਚ ਠੰਡੂ ਰਾਮ ਤੇ ਭਾਈਆ ਜੀ ਆਉਂਦੇ ਹੁੰਦੇ ਸਨ, ਤੇ ਪ੍ਰੇਮੋ ਨਾਂ ਦੀ ਬਿਰਧ ਔਰਤ ਵੀ ਕਿਸੇ ਪ੍ਰੋਗਰਾਮ ਵਿੱਚ ਆਉਂਦੀ ਹੁੰਦੀ ਸੀ। ਉਸ ਤੋਂ ਮਗਰੋਂ ਇਸ ਦੇ ਪ੍ਰੋਗਰਾਮਾਂ ਵਿੱਚ ਸੁਧਾਰ ਹੁੰਦਾ ਗਿਆ ਤੇ ਅਨਾਉਂਸਰ ਵੀ ਬਦਲਦੇ ਗਏ। ਇਸ ਤੋਂ ਮਗਰ 1962-63 ਈਸਵੀ ਵੇਲੇ ਇਸ ਰੇਡੀਓ ਦੇ ਛੋਟੇ ਆਕਾਰ ਵਾਲੇ ਟਰਾਂਜ਼ਿਸਟਰ ਹੋਂਦ ਵਿੱਚ ਆ ਗਏ। ਤਦ ਲੋਕ ਉਹਨਾਂ ਨੂੰ ਖਰੀਦ ਕੇ ਤੁਰੇ ਫਿਰਦੇ ਹੀ ਗੀਤ ਅਤੇ ਖਬਰਾਂ ਸੁਣਦੇ ਦੇਖੇ ਜਾਂਦੇ ਸਨ। ਉਸ ਵੇਲੇ ਇਸ ਨੂੰ ਸੁਣਨ ਵਾਸਤੇ ਲਾਇਸੈਂਸ ਵੀ ਬਣਾਉਣਾ ਪੈਂਦਾ ਹੁੰਦਾ ਸੀ। 1970-71 ਈਸਵੀ ਵੇਲੇ ਰੇਡੀਓ ਨੇ ਹੋਰ ਤਰੱਕੀ ਕੀਤੀ ਤੇ ਕਈ ਆਕਾਰਾਂ ਦੇ ਛੋਟੇ ਵੱਡੇ ਮਾਡਲਾਂ ਦੇ ਰੇਡੀਓ ਹੋਂਦ ਵਿੱਚ ਆ ਗਏ ਸਨ, ਤੇ ਇਸੇ ਹੀ ਸਮੇਂ ਵਿੱਚ ਭਾਰਤ ਵਿੱਚ ਦੂਰਦਰਸ਼ਨ ਨੇ ਹਾਜ਼ਰੀ ਲਾ ਦਿੱਤੀ ਸੀ। ਵੈਸੇ ਦੂਰਦਰਸ਼ਨ ਦੁਨੀਆ ਦੇ ਬਾਹਰਲੇ ਦੇਸ਼ਾਂ ਵਿੱਚ ਬਹੁਤ ਪਹਿਲੋਂ ਹੋਂਦ ਵਿੱਚ ਆ ਗਿਆ ਸੀ, ਜਿਸ ਉੱਪਰ ਆਵਾਜ਼ ਦੇ ਨਾਲ ਫੋਟੋਆਂ ਵੀ ਨਜ਼ਰ ਆਉਂਦੀਆਂ ਪਹਿਲੀ ਵਾਰ ਦੇਖੀਆਂ ਗਈਆਂ, ਜਿਸ ਨੂੰ ਦੇਖ ਕੇ ਲੋਕ ਬਹੁਤ ਪ੍ਰਭਾਵਿਤ ਹੋਏ ਸਨ ਤੇ ਅਨੁਮਾਨ ਲਗਾਉਣ ਲੱਗ ਪਏ ਸਨ ਕਿ ਹੁਣ ਦੂਰਦਰਸ਼ਨ ਰੇਡੀਓ ਨੂੰ ਆਪਣੇ ਦੋਹਰੇ ਪ੍ਰਭਾਵ ਨਾਲ ਅਲੋਪ ਕਰ ਦੇਵੇਗਾ। ਪਰ ਰੇਡੀਓ ਨੇ ਹੋਰ ਬਹੁਤ ਮਿਹਨਤ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਇਸ ਕਰਕੇ ਇਹ ਅੱਜ ਵੀ ਲੋਕਪ੍ਰਿਯ ਹੈ। ਹੁਣ ਭਾਵੇਂ ਸਮੇਂ ਨੇ ਬਹੁਤ ਤਰੱਕੀ ਕੀਤੀ ਹੈ, ਦੂਰਦਰਸ਼ਨ ਦੇ ਪ੍ਰੋਗਰਾਮ ਵੀ ਕਈ ਕਿਸਮਾਂ ਦੇ ਆ ਰਹੇ ਨੇ, ਫਿਰ ਵੀ ਰੇਡੀਓ ਨੇ ਆਪਣੀ ਯੋਗਤਾ ਦਾ ਪੱਧਰ ਬਹੁਤ ਉੱਚਾ ਚੁੱਕ ਕੇ ਆਪਣੀ ਹੋਂਦ ਪੱਧਰ ਨੂੰ ਕਾਇਮ ਰੱਖ ਕੇ ਹਰਮਨ ਪਿਆਰਾ ਬਣਾਇਆ ਹੋਇਆ ਹੈ। ਇਸ ਵੇਲੇ ਵੀ ਜਲੰਧਰ ਰੇਡੀਓ ਦੇ ਬਹੁਤ ਕਾਬਲ ਕਰਮਚਾਰੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇ ਕੇ ਰੇਡੀਓ ਦਾ ਪੱਧਰ ਹੋਰ ਉੱਚਾ ਚੁੱਕ ਰਹੇ ਨੇ। ਪਰਮਾਤਮਾ ਇਹਨਾਂ ਦੀ ਮਿਹਨਤ ਨੂੰ ਬਲ ਬਖਸ਼ੇ। ਪੁਰਾਤਨ ਸਮੇਂ ਵਿੱਚ ਤਰੱਕੀ ਦੇ ਦੌਰ ਵਿੱਚ ਔਰਤਾਂ ਦਾ ਯੋਗਦਾਨ। ਇਸ ਸੱਚਾਈ ਵਿੱਚ ਕੋਈ ਸ਼ੱਕ ਨਹੀਂ ਕਿ ਮੌਜੂਦਾ ਕਾਲ ਤਰੱਕੀ ਦੀ ਇਸ ਦੌੜ ਵਿੱਚ ਬਹੁਤ ਵੱਡੀਆਂ ਤੇ ਤੇਜ਼ ਪਲਾਂਘਾਂ ਪੁੱਟ ਕੇ ਅੱਗੇ ਵਧ ਰਿਹਾ ਹੈ। ਤਰੱਕੀ ਨੇ ਪਿਛਲੇ ਕੁਝ ਸਮੇਂ ਤੋਂ ਲੈ ਕੇ ਹੁਣ ਤੱਕ ਬਹੁਤ ਕੁਝ ਕਰਕੇ ਦਿਖਾ ਵੀ ਦਿੱਤਾ ਹੈ। ਕਈ ਚਮਤਕਾਰ ਕੀਤੇ ਨੇ ਤੇ ਕਈ ਹੋਰ ਕਰ ਰਹੀ ਹੈ। ਜਿਵੇਂ ਹੁਣ ਮਨੁੱਖ ਦੀ ਵਿਗਿਆਨ ਦੇ ਖੇਤਰ ਵਿੱਚ ਪਹੁੰਚ ਚੰਦਰਮਾ ਤੱਕ ਹੀ ਨਹੀਂ ਰਹੀ, ਸਗੋਂ ਮੰਗਲ ਗ੍ਰਹਿ ਤੋਂ ਵੀ ਅੱਗੇ ਨਿਕਲ ਰਹੀ ਹੈ। ਇਸ ਪਹੁੰਚ ਵਿੱਚ ਮੋਹਰੀ ਦੀ ਭੂਮਿਕਾ ਭਾਵੇਂ ਭਾਰਤ ਨਹੀਂ ਨਿਭਾ ਰਿਹਾ, ਫਿਰ ਵੀ ਭਾਰਤ ਆਪਣੀ ਸਮਰੱਥਾ ਦੇ ਹਿਸਾਬ ਨਾਲ ਚੰਗਾ ਸਥਾਨ ਪ੍ਰਾਪਤ ਕਰਨ ਵਿੱਚ ਪੂਰੇ ਤਾਨ ਨਾਲ ਜ਼ੋਰ ਲਗਾ ਰਿਹਾ, ਤੇ ਸੰਭਾਵਨਾ ਹੈ ਕਿ ਭਾਰਤ ਆਪਣੀ ਸਮਰੱਥਾ ਵਿੱਚ ਹੋਰ ਵਾਧਾ ਕਰਕੇ ਮੋਹਰੀ ਬਣਨ ਦੇ ਨੇੜੇ ਤੇੜੇ ਤਾਂ ਪਹੁੰਚ ਹੀ ਜਾਵੇਗਾ। ਜੇ ਮੌਜੂਦਾ ਕਾਲ ਨੇ ਇੰਨੀ ਤਰੱਕੀ ਕੀਤੀ ਹੈ ਤੇ ਹੋਰ ਬਹੁਤ ਕੁਝ ਕਰਨ ਦੀ ਸੰਭਾਵਨਾ ਬਣੀ ਹੋਈ ਹੈ। ਇਸ ਦਾ ਆਧਾਰ ਪੁਰਾਤਨ ਸਮੇਂ ਦੀਆਂ ਉਹ ਮਹਾਨ ਹਸਤੀਆਂ ਹੀ ਨੇ, ਜਿਨ੍ਹਾਂ ਨੇ ਮੌਜੂਦਾ ਸਮੇਂ ਦੇ ਵਿਗਿਆਨੀਆਂ ਨੂੰ ਇਸ ਤਰੱਕੀ ਕਰਨ ਦੇ ਯੋਗ ਬਣਾਇਆ ਤੇ ਤਰੱਕੀ ਕਰਨ ਦੇ ਮੌਕੇ ਬਖਸ਼ੇ ਨੇ। ਇਸ ਕਰਕੇ ਹੀ ਉਹ ਇਸ ਤਰੱਕੀ ਕਰਨ ਦੇ ਹੱਕਦਾਰ ਬਣੇ ਨੇ। ਜੇ ਆਉਣ ਵਾਲੇ ਸਮੇਂ ਬਾਰੇ ਅਨੁਮਾਨ ਲਗਾਇਆ ਜਾਵੇ ਤਾਂ ਇਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਤਰੱਕੀ ਹੋਰ ਉੱਚੀ ਚਰਮ ਸੀਮਾ ਉੱਤੇ ਪਹੁੰਚ ਜਾਵੇਗੀ ਤੇ ਅਗਾਂਹ ਤੋਂ ਅਗਾਂਹ ਇਸੇ ਤਰ੍ਹਾਂ ਹੀ ਹੁੰਦਾ ਜਾਵੇਗਾ। ਤਦ ਇਹ ਵੀ ਸੱਚ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀ ਤਰੱਕੀ ਦਾ ਆਧਾਰ ਮੌਜੂਦਾ ਸਮੇਂ ਦੀਆਂ ਮਹਾਨ ਹਸਤੀਆਂ ਹੀ ਬਣੀਆਂ ਨੇ। ਮੌਜੂਦਾ ਕਾਲ ਵਿੱਚ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਮੋਦੀ ਜੀ ਵੱਲੋਂ ਜੋ ਤਰੱਕੀ ਦੀ ਲਹਿਰ ਮੇਕ ਇਨ ਇੰਡੀਆ ਚਲਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਜੇ ਇਹ ਸਫਲ ਹੋ ਜਾਵੇ ਤਾਂ ਸੰਭਾਵਨਾ ਹੈ ਕਿ ਭਾਰਤ ਦੁਨੀਆ ਦੇ ਤਰੱਕੀ ਦੇ ਨਕਸ਼ੇ ਉੱਪਰ ਹੋਰ ਅੱਗੇ ਹੋ ਜਾਵੇਗਾ। ਇੱਥੇ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਤਰੱਕੀ ਦਾ ਸਾਰਾ ਤੇ ਮੁੱਢਲਾ ਆਧਾਰ ਵਿੱਦਿਆ ਹੈ। ਵਿੱਦਿਆ ਨੂੰ ਮਨਫੀ ਕਰਕੇ ਦੇਖ ਲਓ, ਪਿੱਛੇ ਕੁਝ ਨਹੀਂ ਬਚਦਾ। ਪੁਰਾਤਨ ਸਮੇਂ ਵਿੱਚ ਵਿੱਦਿਆ ਦਾ ਪੱਧਰ ਬਹੁਤ ਨੀਵਾਂ ਸੀ ਤੇ ਤਰੱਕੀ ਦਾ ਪੱਧਰ ਵੀ ਉਹੋ ਜਿਹਾ ਹੀ ਹੋਣਾ ਸੀ। ਵਿੱਦਿਆ ਪ੍ਰਾਪਤ ਕਰਨ ਦਾ ਅਧਿਕਾਰ ਪੇਂਡੂ ਇਲਾਕਿਆਂ ਵਿੱਚ ਸਿਰਫ ਮੁੰਡਿਆਂ ਨੂੰ ਸੀ। ਕੁੜੀਆਂ ਉੱਤੇ ਪਾਬੰਦੀ ਹੋਣ ਕਰਕੇ ਉਹ ਸਕੂਲ ਵਿੱਚ ਦਾਖਲ ਨਹੀਂ ਹੋ ਸਕਦੀਆਂ ਸਨ, ਸਿਰਫ ਘਰਾਂ ਵਿੱਚ ਹੀ ਮਾੜੀ ਮੋਟੀ ਵਿੱਦਿਆ ਪ੍ਰਾਪਤ ਕਰ ਸਕਦੀਆਂ ਸਨ। ਮੇਰੇ ਅਨੁਮਾਨ ਅਨੁਸਾਰ ਲੜਕੀਆਂ 1950-60 ਈਸਵੀ ਵੇਲੇ ਸਕੂਲ ਜਾਣ ਲੱਗੀਆਂ ਸਨ। ਸਿਆਣੇ ਸੱਚ ਕਹਿੰਦੇ ਨੇ ਕਿ ਵਿੱਦਿਆ ਮਨੁੱਖ ਦੀ ਤੀਸਰੀ ਅੱਖ ਹੁੰਦੀ ਹੈ। ਵਿੱਦਿਆ ਤੋਂ ਬਗੈਰ ਮਨੁੱਖ ਵਾਸਤੇ ਲਿਖਿਆ ਹੋਇਆ ਕੋਈ ਅੱਖਰ ਜਾਂ ਸ਼ਬਦ ਮੱਝ ਵਰਗਾ ਹੀ ਹੁੰਦਾ, ਕਿਉਂਕਿ ਲਿਖੇ ਹੋਏ ਅੱਖਰ ਜਾਂ ਸ਼ਬਦ ਨੂੰ ਪੜ੍ਹਨ ਜਾਂ ਪਛਾਣਨ ਵਾਸਤੇ ਅਨਪੜ੍ਹ ਕੋਲ ਕੋਈ ਵਿੱਦਿਆ ਨਹੀਂ ਹੁੰਦੀ। ਵਿੱਦਿਆ ਦਾ ਗੁਣ ਤਾਂ ਸਕੂਲਾਂ ਅਤੇ ਕਾਲਜਾਂ ਵਿੱਚੋਂ ਮਿਲ ਜਾਂਦਾ ਹੈ, ਪਰ ਇਸ ਤੋਂ ਬਗੈਰ ਇੱਕ ਕੁਦਰਤੀ ਗੁਣ ਹੋਰ ਵੀ ਹੈ ਜੋ ਮਨੁੱਖ ਵਿੱਚ ਹੁੰਦਾ ਹੈ। ਉਹ ਇਹ ਹੈ ਕਿ ਮਨੁੱਖ ਦੀ ਕੁਦਰਤੀ ਯੋਗਤਾ ਇੱਕ ਐਸਾ ਗੁਣ ਹੁੰਦਾ ਜੋ ਸਾਰੇ ਗੁਣਾਂ ਤੋਂ ਉੱਚਾ ਹੁੰਦਾ। ਜੇ ਇਸ ਨਾਲ ਵਿੱਦਿਆ ਮਿਲ ਜਾਵੇ ਤਾਂ ਉਹ ਮਹਾਨ ਵਿਅਕਤੀ ਵੀ ਬਣ ਸਕਦਾ ਹੈ। ਇਸ ਗੁਣ ਤੋਂ ਬਗੈਰ ਵਿੱਦਿਆ ਵੀ ਕੁਝ ਨਹੀਂ ਕਰ ਸਕਦੀ। ਪੁਰਾਤਨ ਸਮੇਂ ਵਿੱਚ ਜੇ ਔਰਤਾਂ ਨੂੰ ਮਨੁੱਖ ਵਾਂਗੂ ਵਿੱਦਿਆ ਪ੍ਰਾਪਤ ਕਰਨ ਦਾ ਹੱਕ ਭਾਵੇਂ ਨਹੀਂ ਸੀ,
ਇਸ ਦਾ ਮਤਲਬ ਇਹ ਨਹੀਂ ਸੀ ਕਿ ਔਰਤਾਂ ਨੇ ਪੁਰਾਤਨ ਸਮੇਂ ਵਿੱਚ ਤਰੱਕੀ ਵਿੱਚ ਆਪਣਾ ਹਿੱਸਾ ਨਹੀਂ ਪਾਇਆ ਸੀ। ਤਰੱਕੀ ਕਰਨ ਵਿੱਚ ਔਰਤਾਂ ਦੇ ਹਿੱਸੇ ਪਾਏ ਦੀ ਪਛਾਣ ਤਾਂ ਇੱਥੋਂ ਹੀ ਹੋ ਜਾਂਦੀ ਹੈ ਕਿ ਹਰ ਸਮਾਜਿਕ ਕਾਰਜ ਔਰਤਾਂ ਦੀ ਸ਼ਮੂਲੀਅਤ ਤੋਂ ਬਗੈਰ ਅਧੂਰਾ ਹੀ ਨਹੀਂ ਲੱਗਦਾ ਸੀ, ਸਗੋਂ ਸੱਚਮੁੱਚ ਅਧੂਰਾ ਰਹਿ ਵੀ ਜਾਂਦਾ ਸੀ। ਸਗੋਂ ਹਰ ਕਾਰਜ ਦੀ ਸ਼ੁਰੂਆਤ ਤੇ ਅੰਤ ਦੀ ਨਿਰਭਰਤਾ ਸਿਰਫ ਔਰਤਾਂ ਉੱਤੇ ਹੀ ਹੁੰਦੀ ਸੀ। ਪੁਰਾਤਨ ਸਮੇਂ ਵਿੱਚ ਕੁੜੀਆਂ ਅਨਪੜ੍ਹ ਹੁੰਦੀਆਂ ਹੋਈਆਂ ਵੀ ਉਹ ਆਪਣੇ ਹੱਥਾਂ ਵਿੱਚ ਉੱਚ ਕੋਟੀ ਦੀ ਹੁਨਰ ਕਲਾ ਰੱਖਦੀਆਂ ਹੁੰਦੀਆਂ ਸਨ। ਜਿਵੇਂ ਫੁਲਕਾਰੀ ਦੀ ਕਢਾਈ ਵੇਲੇ ਉਹ ਸਦਾ ਖੱਦਰ ਦੇ ਲਾਲ ਰੰਗ ਨਾਲ ਰੰਗੇ ਹੋਏ ਕੱਪੜੇ ਉੱਤੇ ਰੇਸ਼ਮੀ ਧਾਗੇ ਨਾਲ ਕਢਾਈ ਕਰਕੇ ਉਸ ਨੂੰ ਬਹੁਤ ਕੀਮਤੀ ਫੁਲਕਾਰੀ ਦਾ ਰੂਪ ਦੇ ਕੇ ਜਾਨ ਪਾਉਣ ਤੱਕ ਪੁੱਜ ਜਾਂਦੀਆਂ ਸਨ। ਉਸ ਤੋਂ ਬਗੈਰ ਸਵਾਟਰ, ਕੋਟੀਆਂ ਦਾ ਬੁਣਨਾ, ਮੰਜਿਆਂ ਪਲੰਘਾਂ ਨੂੰ ਬੁਣਨਾ, ਦਰੀਆਂ ਬੁਣਨਾ, ਸਰਾਣੇ, ਪੱਖੀਆਂ, ਚਾਦਰਾਂ ਦੀ ਕਢਾਈ, ਚਰਖੇ ਦਾ ਕੱਤਣਾ, ਪਰਿਵਾਰਕ ਕੱਪੜਿਆਂ ਦੀ ਸਿਲਾਈ ਕਢਾਈ, ਮਨੁੱਖੀ ਕੰਮਾਂ ਕਾਰਜਾਂ ਨੂੰ ਪੂਰਾ ਕਰਨ ਵਾਸਤੇ ਹਰ ਖੇਤਰ ਵਿੱਚ ਹੀ ਔਰਤ ਦੇ ਸਹਿਯੋਗ ਦੀ ਲੋੜ ਪੈਂਦੀ ਹੁੰਦੀ ਸੀ। ਉਹ ਅਨਪੜ੍ਹ ਹੁੰਦਿਆਂ ਹੋਇਆਂ ਵੀ ਇਸ ਕੁਦਰਤੀ ਯੋਗਤਾ ਨੂੰ ਰੱਖਦੀਆਂ ਹੁੰਦੀਆਂ ਸਨ। ਪੁਰਾਤਨ ਸਮੇਂ ਜਦੋਂ ਕੱਚੇ ਮਕਾਨ ਹੁੰਦੇ ਸਨ, ਉਸ ਵੇਲੇ ਕੱਚੇ ਘਰ ਦੀ ਅੰਦਰਲੀ ਕੰਧ ਜਾਂ ਚੌਕੇ ਚੁੱਲ੍ਹੇ ਵਾਲਾ ਪਰਦਾ, ਜਿਸ ਨੂੰ ਓਟਾ ਕਹਿੰਦੇ ਹੁੰਦੇ ਸਨ, ਦੇ ਉੱਤੇ ਚਿੱਟੀ ਮਿੱਟੀ ਦਾ ਪੋਚਾ ਮਾਰਿਆ ਹੋਇਆ ਹੁੰਦਾ ਸੀ। ਉਸ ਉੱਤੇ ਪੰਛੀਆਂ ਜਿਵੇਂ ਘੁੱਗੀਆਂ, ਮੋਰ, ਤੋਤਿਆਂ ਤੇ ਕਬੂਤਰਾਂ ਦੇ ਸੁੰਦਰ ਚਿੱਤਰ ਬਣਾਏ ਹੋਏ ਹੁੰਦੇ ਸਨ। ਇਹ ਸਭ ਕੁਝ ਅਨਪੜ੍ਹ ਹੁੰਦਿਆਂ ਹੋਇਆਂ ਵੀ ਔਰਤਾਂ ਦੇ ਹੱਥ ਵਿੱਚ ਹੁਨਰ ਕਲਾ ਦੇ ਸਬੂਤ ਨੇ। ਹੁਣ ਉਹ ਸਮਾਂ ਬਦਲ ਗਿਆ ਅਤੇ ਸਾਡੇ ਵਿਰਸੇ ਦਾ ਹਿੱਸਾ ਬਣ ਗਿਆ। ਇਸ ਵੇਲੇ ਕਿਸੇ ਵੀ ਪਿੰਡ ਵਿੱਚ ਪੋਚਾ ਮਾਰੇ ਵਾਲੇ ਕੱਚੇ ਘਰ ਹਨ, ਨਾ ਫੁਲਕਾਰੀਆਂ, ਪੱਖੀਆਂ, ਚਾਦਰਾਂ ਕੱਢਣ ਦਾ ਕੰਮ ਔਰਤਾਂ ਹੁਣ ਕਰਦੀਆਂ ਨੇ। ਪ੍ਰੋਗਰਾਮ ਦੇ 9ਵੇਂ ਅਧਿਆਇ ਵਿੱਚ ਅਸੀਂ ਗੱਲ ਕਰਾਂਗੇ ਖੇਡ ਸੱਭਿਆਚਾਰ ਅਤੇ ਬਦਲ ਗਈ ਸਾਡੇ ਸਮਾਜ ਤੇ ਪਿੰਡਾਂ ਦੀ ਨੁਹਾਰ ਬਾਰੇ।